ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਧ ਸੰਗਤ ਜੀ, ਸੋ ਆਓ ਸਭ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਧੰਨ ਗੁਰੂ ਰਾਮਦਾਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਭਾਵ ਕਿ ਘੰਟੀ ਨੂੰ ਦਬਾ ਲਵੋ, ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ। ਸੰਗਤ ਜੀ, ਲਾਈਕ ਵੀ ਜ਼ਰੂਰ ਕਰਿਆ ਕਰੋ। ਤੁਹਾਡੇ ਲਾਈਕ ਕਰਨ ਨਾਲ ਸਾਡਾ ਹੌਸਲਾ ਵੱਧਦਾ ਹੈ। ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਜੋ ਹੋਰ ਵੀ ਸੰਗਤਾਂ ਦਾ ਭਲਾ ਹੋ ਸਕੇ। ਭੂਤ ਪ੍ਰੇਤ ਆਤਮਾ ਦਾ ਨਾਮ ਸੁਣ ਕੇ ਅੱਜ ਦੇ ਲੋਕ ਬਸ ਇੱਕੋ ਗੱਲ ਕਹਿੰਦੇ ਨੇ ਕਿ ਅਜਿਹਾ ਕੁਝ ਵੀ ਦੁਨੀਆ ਦੇ ਵਿੱਚ ਨਹੀਂ ਹੁੰਦਾ, ਕਿਉਂਕਿ ਅਜਿਹਾ ਕੋਈ ਵੀ ਭੂਤ ਪ੍ਰੇਤ ਉਹਨਾਂ ਨੇ ਨਹੀਂ ਦੇਖਿਆ ਹੁੰਦਾ। ਪਰ ਜ਼ਰੂਰੀ ਨਹੀਂ ਜੋ ਦਿਖਾਈ ਦੇਵੇ ਉਹੀ ਸੱਚ ਹੁੰਦਾ ਹੈ। ਲੁਧਿਆਣੇ ਦੇ ਡਾਕਟਰ ਜਗਰੂਪ ਸਿੰਘ, ਜੋ ਕਿ ਜੂਲੋਜੀ ਦੇ ਪ੍ਰੋਫੈਸਰ ਨੇ, ਉਹਨਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਪੰਨਾ ਫਰੋਲ ਕੇ ਦੁਨੀਆ ਦੇ ਸਾਹਮਣੇ ਰੱਖ ਦਿੱਤਾ, ਜਿਸ ਨੂੰ ਸੁਣ ਕੇ ਵੱਡੇ ਵੱਡੇ ਲੋਕਾਂ ਦੀਆਂ ਲੱਤਾਂ ਕੰਬਣ ਲੱਗ ਗਈਆਂ। ਡਾਕਟਰ ਜਗਰੂਪ ਸਿੰਘ ਨੇ ਦੱਸਿਆ ਕਿ ਉਹ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਪੰਜਾਬ ਆਇਆ ਤੇ ਇੱਥੇ ਸਰਕਾਰੀ ਕਾਲਜ ਦੇ ਵਿੱਚ ਪੜਾਉਣਾ ਸ਼ੁਰੂ ਕਰ ਦਿੱਤਾ। ਸਮਾਂ ਬੀਤ ਰਿਹਾ ਸੀ ਤੇ ਮੇਰੀ ਆਪਣੀ ਖੁਦ ਦੀ ਰਿਸਰਚ ਚੱਲ ਰਹੀ ਸੀ। ਆਪਣੀ ਖੋਜਾਂ ਦੇ ਸਿਲਸਿਲੇ ਦੇ ਵਿੱਚ ਮੈਂ ਭਾਰਤ, ਚੀਨ, ਨੇਪਾਲ, ਸਿੰਗਾਪੁਰ ਦੇ ਜੰਗਲਾਂ ਦੇ ਵਿੱਚ ਜਾ ਕੇ ਖੋਜਾਂ ਕਰਦਾ ਸੀ। ਜ਼ਿੰਦਗੀ ਵਧੀਆ ਚੱਲ ਰਹੀ ਸੀ, ਪਰ ਕਈ ਵਾਰ ਜ਼ਿੰਦਗੀ ਕੁਝ ਅਜਿਹਾ ਦਿਖਾ ਦਿੰਦੀ ਹੈ ਜਿਸ ਦੀ ਆਪਾਂ ਕਲਪਨਾ ਤੱਕ ਵੀ ਨਹੀਂ ਕੀਤੀ ਹੁੰਦੀ, ਤੇ ਨਾ ਚਾਹੁੰਦਿਆਂ ਹੋਇਆ ਵੀ ਉਹ ਗੱਲ ਮੰਨਣੀ ਹੀ ਪੈਂਦੀ ਹੈ। ਸਾਲ 2010 ਦੇ ਵਿੱਚ ਮੇਰੇ ਨਾਲ ਅਜਿਹਾ ਕੁਝ ਹੋਇਆ ਜਿਸ ਨੂੰ ਮੈਂ ਭੁੱਲ ਨਹੀਂ ਸਕਦਾ, ਤੇ ਅੱਜ ਵੀ ਉਹ ਘਟਨਾ ਨੂੰ ਯਾਦ ਕਰਕੇ ਮੈਂ ਕੰਬ ਉੱਠਦਾ ਹਾਂ। ਮੈਂ ਤਰਕਵਾਦੀ ਇਨਸਾਨ ਸੀ, ਸਹਿਜਦਾਨ ਸੀ ਤੇ ਭੂਤ ਪ੍ਰੇਤਾਂ ਅੰਧ ਵਿਸ਼ਵਾਸ ਉੱਤੇ ਮੈਂ ਧਿਆਨ ਨਹੀਂ ਦਿੰਦਾ ਸੀ। ਇੱਕ ਖੋਜ ਮੈਨੂੰ ਸਾਲ 2010 ਦੇ ਵਿੱਚ ਯੂਪੀ ਦੇ ਜੰਗਲਾਂ ਤੱਕ ਲੈ ਗਈ। ਜੰਗਲ ਮੇਰੇ ਲਈ ਕੋਈ ਨਵੇਂ ਨਹੀਂ ਸੀ, ਪਰ ਇਲਾਕੇ ਬਾਰੇ ਮੈਨੂੰ ਕੁਝ ਵੀ ਨਹੀਂ ਪਤਾ ਸੀ। ਮੇਰੇ ਦੋ ਵਿਦਿਆਰਥੀ ਤੇ ਨਾਲ ਦੋ ਹੋਰ ਬੰਦੇ ਸਾਡੇ ਨਾਲ ਉਸ ਜੰਗਲਾਂ ਦੇ ਵਿੱਚ ਗਏ। ਜੰਗਲਾਂ ਦੇ ਵਿੱਚ ਪਹੁੰਚ ਗਏ ਤੇ ਜੰਗਲ ਤੋਂ ਬਾਹਰ ਜੰਗਲਾਤਾ ਵਿਭਾਗ ਦਾ ਕੁਆਟਰ ਸੀ, ਜਿਸ ਵਿੱਚ ਰੁਕਣ ਦਾ ਆਪਾਂ ਇੰਤਜ਼ਾਮ ਕੀਤਾ, ਜੋ ਕਿ ਕਾਫੀ ਸਮੇਂ ਤੋਂ ਬੰਦ ਪਿਆ ਸੀ। ਕਾਫੀ ਵੱਖਰਾ ਜਿਹਾ ਸੀ। ਵਿਭਾਗ ਦੇ ਲੋਕ ਉੱਥੇ ਘੱਟ ਹੀ ਡਿਊਟੀ ਕਰਦੇ ਸੀ, ਪਰ ਕੁਝ ਕੁ ਕਿਲੋਮੀਟਰ ਤੇ ਇੱਕ ਪਿੰਡ ਸੀ ਤੇ ਉੱਥੇ ਇੱਕੋ ਇੱਕ ਦੁਕਾਨ ਸੀ। ਆਪਾਂ ਜੰਗਲ ਦੇ ਵਿੱਚ ਖੋਜ ਕਰਨ ਤੋਂ ਪਹਿਲਾਂ ਜ਼ਰੂਰਤ ਦਾ ਜ਼ਰੂਰੀ ਸਮਾਨ ਲੈਣ ਵਾਸਤੇ ਗਏ ਤੇ ਦੁਕਾਨਦਾਰ ਨੇ ਸਾਨੂੰ ਵੱਖਰੀ ਹੀ ਕਹਾਣੀ ਸੁਣਾ ਦਿੱਤੀ। ਦੁਕਾਨਦਾਰ ਦਾ ਕਹਿਣਾ ਸੀ ਕਿ ਜਿਸ ਜਗ੍ਹਾ ਤੇ ਉੱਤੇ ਉਹ ਰਹਿ ਰਹੇ ਨੇ ਉੱਥੇ ਭੂਤ ਪ੍ਰੇਤਾਂ ਦਾ ਕਬਜ਼ਾ ਹੈ, ਜਿਸ ਕਾਰਨ ਉੱਥੇ ਕੋਈ ਨਹੀਂ ਰਹਿੰਦਾ। ਆਪਾਂ ਉਸ ਦੀਆਂ ਗੱਲਾਂ ਉੱਤੇ ਹੱਸਣ ਲੱਗ ਪਏ ਤੇ ਮਜ਼ਾਕ ਸਮਝ ਕੇ ਵਾਪਿਸ ਆ ਗਏ। ਆਪਾਂ ਸੋਚਿਆ ਕਿ ਜੰਗਲ ਦੀਆਂ ਲੱਕੜਾਂ ਚੋਰੀ ਕਰਨ ਵਾਸਤੇ ਇਹੋ ਜਿਹੀਆਂ ਅਫਵਾਹਾਂ ਫੈਲਾਈਆਂ ਹੋਣਗੀਆਂ ਤਾਂ ਜੋ ਕਿ ਉਧਰ ਕੋਈ ਨਾ ਜਾਵੇ, ਪਰ ਸ਼ਾਇਦ ਮੈਂ ਗਲਤ ਸੀ। ਪਰ ਇੱਥੇ ਕੁਝ ਹੋਰ ਹੀ ਚੱਲ ਰਿਹਾ ਸੀ। ਰਾਤ ਹੋਈ, ਆਪਾਂ ਖਾਣਾ ਬਣਾਇਆ ਤੇ ਸੌਣ ਦੀ ਤਿਆਰੀ ਕੀਤੀ। ਉੱਥੇ ਦੋ ਹੀ ਕਮਰੇ ਸਨ। ਮੈਂ ਤੇ ਮੇਰੇ ਸਟੂਡੈਂਟ ਇੱਕੋ ਕਮਰੇ ਦੇ ਵਿੱਚ ਪੈ ਗਏ ਤੇ ਬਾਕੀ ਦੇ ਦੋ ਪ੍ਰੋਫੈਸਰ ਦੂਸਰੇ ਕਮਰੇ ਦੇ ਵਿੱਚ ਸੌਣ ਦੇ ਲਈ ਚਲੇ ਗਏ। ਰਾਤ ਦੇ ਸਮੇਂ ਜੰਗਲ ਬਹੁਤ ਭਿਆਨਕ ਆਵਾਜ਼ਾਂ ਕਰਦਾ ਹੈ। ਇਹ ਆਮ ਜਿਹੀ ਗੱਲ ਹੈ। ਉਸ ਸਮੇਂ ਆਪਣਾ ਨਿਤਨੇਮ ਕਰਕੇ ਕਿਤਾਬ ਪੜ੍ਹ ਰਿਹਾ ਸੀ ਕਿ ਅਚਾਨਕ ਹੀ ਮੈਨੂੰ ਅਜੀਬ ਜਿਹੀ ਆਵਾਜ਼ ਸੁਣਾਈ ਦਿੱਤੀ, ਜੋ ਕਿ ਨਾ ਹੀ ਜੰਗਲ ਦੀ ਸੀ ਤੇ ਨਾ ਹੀ ਕਿਸੇ ਜੰਗਲੀ ਜਾਨਵਰ ਦੀ। ਮੈਂ ਧਿਆਨ ਨਾ ਦੇ ਕੇ ਆਪਣੀ ਕਿਤਾਬ ਪੜ੍ਹਦਾ ਰਿਹਾ। ਕੁਝ ਸਮੇਂ ਬਾਅਦ ਦੂਸਰੇ ਪ੍ਰੋਫੈਸਰ ਮੇਰੇ ਕਮਰੇ ਦੇ ਵਿੱਚ ਆਏ ਤੇ ਕਹਿਣ ਲੱਗੇ ਉਹਨਾਂ ਦੇ ਕਮਰੇ ਦੇ ਵਿੱਚ ਕੋਈ ਘੁੰਮ ਰਿਹਾ ਹੈ ਤੇ ਉਹ ਵੀ ਬਹੁਤ ਹੀ ਭਿਆਨਕ ਆਵਾਜ਼ਾਂ ਕੱਢ ਰਿਹਾ ਸੀ। ਮੈਨੂੰ ਯਕੀਨ ਨਹੀਂ ਹੋ ਰਿਹਾ ਸੀ। ਮੈਂ ਕਮਰੇ ਵੱਲ ਗਿਆ, ਉੱਥੇ ਸੱਚ ਵਿੱਚ ਹੀ ਇੱਕ ਸਾਇਆ ਘੁੰਮਦਾ ਨਜ਼ਰ ਆਇਆ। ਡਰ ਤਾਂ ਲੱਗਿਆ ਪਰ ਕੁਝ ਕਰ ਨਹੀਂ ਸਕਦੇ, ਕਿਉਂਕਿ ਆਪਾਂ ਫਸ ਚੁੱਕੇ ਸੀ। ਅਚਾਨਕ ਹੀ ਮੇਰੇ ਵਿਦਿਆਰਥੀ ਦੇ ਉੱਤੇ ਕਿਸੇ ਚੀਜ਼ ਨੇ ਵਾਰ ਕੀਤਾ ਤੇ ਲਗਾਤਾਰ ਵਾਰ ਹੁੰਦੇ ਰਹੇ, ਪਰ ਉੱਥੇ ਆਪਾਂ
ਕੁਝ ਨਾ ਕਰ ਪਾਏ, ਕਿਉਂਕਿ ਆਪਾਂ ਉਸ ਚੀਜ਼ ਨੂੰ ਸਿਰਫ ਮਹਿਸੂਸ ਕਰ ਸਕਦੇ ਸੀ, ਪਰ ਦਿਖਾਈ ਕੁਝ ਵੀ ਨਹੀਂ ਦਿੰਦਾ ਸੀ। ਡਰ ਕੇ ਸਾਰੇ ਲੋਕ ਬਾਹਰ ਜੰਗਲ ਦੀ ਤਰਫ ਭੱਜੇ। ਮੈਂ ਵੀ ਬਾਹਰ ਚਲਾ ਗਿਆ। ਜੰਗਲ ਦੇ ਵਿੱਚ ਕੁਝ 1.5 ਕਿਲੋਮੀਟਰ ਅੰਦਰ ਜਾ ਕੇ ਇੱਕ ਖਾਲੀ ਜਗ੍ਹਾ ਆਈ ਜਿੱਥੇ ਆਪਾਂ ਰੁਕ ਗਏ। ਬਾਕੀਆਂ ਨੂੰ ਕਿਹਾ ਸਾਨੂੰ ਜੰਗਲ ਦੀ ਤਰਫ ਨਹੀਂ ਸਗੋਂ ਬਾਹਰ ਦੀ ਤਰਫ ਭੱਜਣਾ ਚਾਹੀਦਾ ਸੀ ਕਿ ਅਚਾਨਕ ਇੱਕ ਭਿਆਨਕ ਆਵਾਜ਼ ਸਾਡੇ ਕੋਲ ਆਈ, ਜਿਸ ਨਾਲ ਮੇਰਾ ਇੱਕ ਸਟੂਡੈਂਟ ਡਰ ਕੇ ਬੇਹੋਸ਼ ਹੋ ਗਿਆ। ਮੈਨੂੰ ਉਸ ਵੇਲੇ ਮਹਿਸੂਸ ਹੋਇਆ ਕਿ ਇੱਥੇ ਇੱਕ ਨਹੀਂ ਕਾਫੀ ਸਾਰੇ ਭੂਤ ਪ੍ਰੇਤ ਨੇ। ਹੁਣ ਸਾਡਾ ਬਚਣਾ ਬਿਲਕੁਲ ਮੁਸ਼ਕਲ ਹੈ ਤੇ ਉੱਥੇ ਮੈਂ ਸਮਾਂ ਨਾ ਖਰਾਬ ਕਰਦੇ ਸਾਰਿਆਂ ਨੂੰ ਇਕੱਠੇ ਕਰਕੇ ਬਿਠਾ ਲਏ ਤੇ ਕਿਹਾ ਜੋ ਮੈਂ ਸ਼ਬਦ ਬੋਲਦਾ ਹਾਂ ਤੁਸੀਂ ਨਾਲ-ਨਾਲ ਮੇਰੇ ਉਹ ਸ਼ਬਦ ਬੋਲਣੇ ਨੇ। ਮੈਂ ਚੌਂਕੜਾ ਮਾਰ ਕੇ ਤਤੀ ਵਾਹ ਨਾਲ ਲੱਗ ਗਿਆ ਪ੍ਰਮਾਣ ਸਹੀ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਸ਼ਬਦ ਦਾ ਜਾਪ ਕਰਦਿਆਂ ਕਰਦਿਆਂ 1 ਘੰਟੇ ਬੀਤ ਗਿਆ। ਉਹ ਆਵਾਜ਼ ਹੌਲੀ-ਹੌਲੀ ਘੱਟ ਹੁੰਦਿਆਂ ਜਮਾਂ ਹੀ ਘੱਟ ਹੋ ਗਈ। ਸਾਰੀ ਰਾਤ ਉੱਥੇ ਆਪਾਂ ਸ਼ਬਦ ਪੜ੍ਹ ਕੇ ਗੁਜ਼ਾਰੀ, ਪਰ ਸਾਨੂੰ ਸਾਫ਼-ਸਾਫ਼ ਮਹਿਸੂਸ ਹੋ ਰਿਹਾ ਸੀ ਸਾਡੇ ਆਲੇ-ਦੁਆਲੇ ਕੋਈ ਘੁੰਮ ਰਿਹਾ ਸੀ, ਪਰ ਹਮਲਾ ਨਹੀਂ ਕਰ ਪਾ ਰਿਹਾ ਸੀ। ਸਾਰੀ ਰਾਤ ਜਾਪ ਕਰਦਿਆਂ ਆਪਾਂ ਥੱਕ ਚੁੱਕੇ ਸੀ। ਇੰਜ ਲੱਗ ਰਿਹਾ ਸੀ ਕਿ ਪ੍ਰੇਤ ਸਾਡੇ ਲਈ ਜਾਨ ਲੈ ਕੇ ਹੀ ਵਾਪਸ ਜਾਣਗੇ। ਮੈਂ ਮਨ ਦੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਦੇ ਅੱਗੇ ਅਰਦਾਸ ਕੀਤੀ ਕਿ ਹੇ ਗੁਰੂ ਨਾਨਕ ਸਾਹਿਬ ਸਾਡੀ ਰੱਖਿਆ ਕਰੋ। ਇੱਥੇ ਤੁਹਾਡੀ ਬਾਣੀ ਤੇ ਸਹਾਰੇ ਦੀ ਲੋੜ ਹੈ। ਆਪਾਂ ਇਹਨਾਂ ਸ਼ਕਤੀਆਂ ਦੇ ਨਾਲ ਨਹੀਂ ਲੜ ਸਕਦੇ। ਅਜਿਹੀ ਅਰਦਾਸ ਮੈਂ ਆਪਣੇ ਮਨ ਦੇ ਅੰਦਰ ਕਰ ਰਿਹਾ ਸੀ ਕਿ ਮੈਨੂੰ ਕੰਨਾਂ ਦੇ ਵਿੱਚ ਜਪਜੀ ਸਾਹਿਬ ਬਾਣੀ ਦੀ ਆਵਾਜ਼ ਪਈ, ਜਿਵੇਂ ਕਿ ਪਿੰਡ ਦੇ ਗੁਰਦੁਆਰੇ ਦੇ ਵਿੱਚ ਅੰਮ੍ਰਿਤ ਵੇਲੇ ਸਪੀਕਰ ਦੇ ਵਿੱਚ ਪਾਠ ਕਰਦੇ ਆਉਂਦੀ ਹੈ। ਹੌਲੀ-ਹੌਲੀ ਬਾਣੀ ਦੀ ਆਵਾਜ਼ ਉੱਚੀ ਹੋ ਰਹੀ ਸੀ ਤੇ ਸ਼ਾਇਦ ਬਾਣੀ ਸੁਣ ਕੇ ਪ੍ਰੇਤ ਉੱਥੋਂ ਚਲੇ ਗਏ ਸੀ, ਕਿਉਂਕਿ ਅੰਮ੍ਰਿਤ ਵੇਲਾ ਹੀ ਹੋ ਚੁੱਕਿਆ ਸੀ। ਦਿਨ ਚੜ੍ਹਿਆ। ਆਪਾਂ ਆਪਣੇ ਕੈਂਪ ਵੱਲ ਗਏ, ਉੱਥੇ ਸਮਾਨ ਚੁੱਕਿਆ ਤੇ ਵਾਪਸ ਮੁੜ ਆਏ। ਦੁਕਾਨਦਾਰ ਸਾਨੂੰ ਜਾਂਦਿਆਂ ਨੂੰ ਦੇਖ ਸਮਝ ਚੁੱਕਿਆ ਸੀ ਅਤੇ ਕਹਿਣ ਲੱਗਿਆ ਕਿ ਤੁਹਾਨੂੰ ਮੈਂ ਸੁਚੇਤ ਕੀਤਾ ਸੀ। ਮੈਂ ਉਸ ਦੁਕਾਨਦਾਰ ਦੇ ਕੋਲ ਜਾ ਕੇ ਮਾਫੀ ਮੰਗੀ ਤੇ ਧੰਨਵਾਦ ਕੀਤਾ। ਦੁਕਾਨਦਾਰ ਨੇ ਕਿਹਾ ਕਿ ਤੁਸੀਂ ਰਾਤ ਬਚ ਗਏ ਕਿਸ ਤਰ੍ਹਾਂ। ਮੈਂ ਉਸ ਨੂੰ ਸਾਰੀ ਗੱਲ ਵਿਸਤਾਰ ਦੇ ਨਾਲ ਦੱਸੀ। ਸਾਰੀ ਗੱਲ ਸੁਣ ਕੇ ਦੁਕਾਨਦਾਰ ਕਹਿੰਦਾ ਕਿ ਬਾਕੀ ਸਭ ਕੁਝ ਠੀਕ ਹੈ, ਪਰ ਤੁਸੀਂ ਝੂਠ ਬੋਲ ਰਹੇ ਹੋ। ਮੈਂ ਕਿਹਾ ਕਿ ਇਸ ਵਿੱਚ ਕੁਝ ਵੀ ਝੂਠ ਨਹੀਂ, ਸਭ ਕੁਝ ਸੱਚ ਹੈ। ਦੁਕਾਨਦਾਰ ਨੇ ਕਿਹਾ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਤੁਸੀਂ ਕਿਹਾ ਕਿ ਸਪੀਕਰ ਦੇ ਵਿੱਚ ਬਾਣੀ ਦੀ ਆਵਾਜ਼ ਸੁਣੀ, ਜਿਸ ਨੂੰ ਸੁਣ ਕੇ ਪ੍ਰੇਤ ਉੱਥੋਂ ਚਲੇ ਗਏ, ਪਰ ਇੱਥੇ ਦੂਰ-ਦੂਰ ਤੱਕ ਕੋਈ ਵੀ ਗੁਰਦੁਆਰਾ ਸਾਹਿਬ ਨਹੀਂ ਤੇ ਇੱਥੇ 40 ਕਿਲੋਮੀਟਰ ਦੇ ਇਲਾਕੇ ਦੇ ਵਿੱਚ ਕੋਈ ਵੀ ਸਿੱਖ ਪਰਿਵਾਰ ਨਹੀਂ ਰਹਿੰਦਾ। ਫਿਰ ਤੁਸੀਂ ਕਿਹੜੇ ਸਪੀਕਰ ਦੇ ਵਿੱਚ ਕਿਹੜੀ ਬਾਣੀ ਸੁਣ ਲਈ? ਇੱਥੋਂ ਤਾਂ ਕਿਸੇ ਮੰਦਿਰ ਦੇ ਵਿੱਚ ਵੀ ਸਪੀਕਰ ਨਹੀਂ। ਦੁਕਾਨਦਾਰ ਦੀ ਇਹ ਗੱਲ ਸੁਣ ਕੇ ਮੇਰੀਆਂ ਲੱਤਾਂ ਕੰਬਣ ਲੱਗ ਪਈਆਂ। ਸਾਡੇ ਨਾਲ ਜੋ ਵੀ ਹੋ ਰਿਹਾ ਸੀ ਉਹ ਬਹੁਤ ਭਿਆਨਕ ਸੀ। ਮੈਂ ਸੋਚਦਾ ਹਾਂ ਕਿ ਉਹ ਜਪਜੀ ਸਾਹਿਬ ਦੀ ਪਾਠ ਦੀ ਆਵਾਜ਼ ਕਿੱਥੋਂ ਆਈ ਸੀ ਜੋ ਕਿ ਆਪਾਂ ਸਾਰਿਆਂ ਨੂੰ ਸੁਣ ਰਹੀ ਸੀ। ਮੈਂ ਆਪਣੇ ਘਰ ਵਿੱਚ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਸੁਣਾਈ, ਪਰ ਕਿਸੇ ਨੇ ਸੱਚ ਨਹੀਂ ਮੰਨਿਆ। ਪਰ ਇਹ ਸੱਚਾਈ ਸਾਡੇ ਪੰਜਾਂ ਦੇ ਅੰਦਰ ਅੱਜ ਵੀ ਕਾਇਮ ਹੈ। ਸੋ ਤੁਸੀਂ ਕਿਸੇ ਵੀ ਸਥਿਤੀ ਦੇ ਵਿੱਚ ਕਿਉਂ ਨਾ ਹੋਵੋ, ਜਿੰਨੀ ਮਰਜ਼ੀ ਵੱਡੀ ਮੁਸੀਬਤ ਕਿਉਂ ਨਾ ਹੋਵੇ, ਵਾਹਿਗੁਰੂ ਦਾ ਨਾਮ ਭਰੋਸਾ ਅਤੇ ਵਿਸ਼ਵਾਸ ਨਾਲ ਕੀਤੀ ਗਈ ਅਰਦਾਸ ਹਰ ਥਾਂ ਸਹਾਈ ਹੁੰਦੀ ਹੈ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਇਸੇ ਤਰ੍ਹਾਂ ਦੀ ਨਵੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਨਵੀਂ ਵੀਡੀਓ ਲੈ ਕੇ ਜਲਦੀ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।